ਹੈਲੋ ਸਟੂਡੈਂਟਸ, ਅੱਜ ਆਪਾਂ ਗਿਆਨ ਲਿਸ਼ਮਾ ਪੰਜਾਬੀ ਵਿਆਕਰਨ ਦਾ ਫਸਟ ਚੈਪਟਰ ਕਰਾਂਗੇ, ਜਿਸ ਦੀ ਕੀ ਵੀਡੀਓ ਤੁਸੀਂ ਪਹਿਲਾਂ ਨਹੀਂ ਦੇਖੀ ਤੇ ਤੁਸੀਂ ਉਹ ਚੈਪਟਰ ਆਪਣੀ ਨੋਟਬੁੱਕ ਤੇ ਲਿਖ ਚੁੱਕੇ ਹੋ। ਪਾਠ 1 ਭਾਸ਼ਾ ਅਤੇ ਵਿਆਕਰਨ। ਬੇਟਾ, ਜਿਸ ਤਰ੍ਹਾਂ ਜਿਵੇਂ ਪਿਤਾ ਜੀ ਬੱਚਿਆਂ ਨੂੰ ਕਹਾਣੀ ਸੁਣਾ ਰਹੇ ਹਨ, ਠੀਕ ਹੈ, ਕੁੜੀ ਕੰਪਿਊਟਰ ਤੇ ਲਿਖ ਰਹੀ ਹੈ। ਲਿਖਣਾ, ਸੁਣਾਉਣਾ, ਇਸ ਚੀਜ਼ ਦੇ ਵਿੱਚ ਕੀ ਹਨ, ਇਹ ਵਾਕ ਦੇ ਵਿੱਚ ਕੀ ਹਨ, ਵੀ ਸੁਣਾ ਰਹੇ ਹਨ ਜਾਂ ਲਿਖ ਰਹੀ ਹੈ। ਠੀਕ ਹੈ, ਇਹ ਭਾਸ਼ਾ ਦਾ ਲਿਖਤੀ ਰੂਪ ਹੈ ਤੇ ਭਾਸ਼ਾ ਦਾ ਸੁਣਾਉਣਾ ਯਾਨੀ ਕਿ ਮੌਖਿਕ ਰੂਪ ਹੈ। ਠੀਕ ਹੈ, ਇਸ ਕਰਕੇ ਆਪਾਂ ਭਾਸ਼ਾ ਕਿਸ ਨੂੰ ਕਹਿੰਦੇ ਹਾਂ? ਜਿਸ ਸਾਧਨ ਦੁਆਰਾ ਅਸੀਂ ਆਪਣੇ ਮਨ ਦੇ ਭਾਵ, ਵਿਚਾਰ, ਜੋ ਵੀ ਆਪਣੇ ਮਨ ਦੇ ਵਿੱਚ ਆਉਂਦਾ ਹੈ, ਉਹਨੂੰ ਆਪਾਂ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ। ਠੀਕ ਹੈ, ਆਪਾਂ ਦੂਸਰੇ ਅੱਗੇ ਕਿਵੇਂ ਦੱਸਦੇ ਹਾਂ? ਜਾਂ ਤਾਂ ਅਗਲੇ ਨੂੰ ਅਸੀਂ ਬੋਲ ਕੇ ਦੱਸਦੇ ਹਾਂ ਜਾਂ ਕਿਵੇਂ ਆਪਾਂ ਲਿਖ ਕੇ ਦੱਸਦੇ ਹਾਂ। ਠੀਕ ਹੈ, ਉਸ ਨੂੰ ਆਪਾਂ ਭਾਸ਼ਾ ਕਹਿੰਦੇ ਹਾਂ। ਇਸ ਕਰਕੇ ਆਪਾਂ ਭਾਸ਼ਾ ਕਿਸ ਨੂੰ ਕਹਿੰਦੇ ਹਾਂ? ਭਾਸ਼ਾ ਇੱਕ ਅਜਿਹਾ ਸੰਚਾਰ ਮੀਨਸ ਇੱਕ ਦੂਜੇ ਨੂੰ ਆਦਾਨ ਪ੍ਰਦਾਨ, ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ। ਅਜਿਹਾ ਸੰਚਾਰ ਦਾ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਅਤੇ ਵਿਚਾਰਾਂ ਨੂੰ ਦੂਸਰਿਆਂ ਨਾਲ ਸਾਂਝਾ ਕਰਦੇ ਹਾਂ। ਠੀਕ ਹੈ ਨਾ, ਭਾਸ਼ਾ ਕੀ ਹੁੰਦੀ ਹੈ? ਜਿਹੜੇ ਆਪਣੇ ਮਨ ਦੇ ਵਿੱਚ ਕੋਈ ਵੀ ਵਿਚਾਰ, ਆਪਾਂ ਕੁਝ ਵੀ ਕਹਿਣਾ ਚਾਹੁੰਦੇ ਹਾਂ, ਆਪਣੇ ਮਨ 'ਚ ਜੋ ਵੀ ਆਉਂਦਾ ਹੈ, ਉਸ ਨੂੰ ਅਸੀਂ ਜਿਸ ਸਾਧਨ ਦੁਆਰਾ ਦੂਸਰੇ ਅੱਗੇ ਪ੍ਰਗਟ ਕਰਦੇ ਹਾਂ, ਉਸ ਨੂੰ ਆਪਾਂ ਭਾਸ਼ਾ ਕਹਿੰਦੇ ਹਾਂ। ਠੀਕ ਹੈ, ਤੇ ਭਾਸ਼ਾ ਦੀਆਂ ਅੱਗੇ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ। ਨੰਬਰ 1 ਮੌਖਿਕ ਤੇ ਬੋਲਚਾਲ, ਜਿਵੇਂ ਆਪਾਂ ਬੋਲ ਕੇ ਕਿਸੇ ਨੂੰ ਕੋਈ ਗੱਲ ਕਹਿ ਦਿੰਦੇ ਹਾਂ। ਠੀਕ ਹੈ, ਮੌਖਿਕ ਮੀਨਸ ਮੂੰਹ ਤੋਂ ਬੋਲਣ ਵਾਲੀ। ਠੀਕ ਹੈ, ਤੇ ਦੂਸਰੀ ਕਿਹੜੀ ਹੁੰਦੀ ਹੈ? ਲਿਖਤੀ ਭਾਸ਼ਾ। ਲਿਖਤੀ ਭਾਸ਼ਾ ਕਿਹੜੀ ਹੁੰਦੀ ਹੈ? ਜਿਵੇਂ ਕਿਤਾਬਾਂ 'ਤੇ ਹੁਣ ਲਿਖਿਆ ਹੋਇਆ, ਜਿਵੇਂ ਮੈਂ ਲਿਖਿਆ ਹੋਇਆ ਪੜ੍ਹ ਰਹੀ ਹਾਂ, ਇਹ ਲਿਖਤੀ ਭਾਸ਼ਾ ਹੈ। ਠੀਕ ਹੈ, ਲਿਖਤੀ ਭਾਸ਼ਾ ਤੇ ਬੋਲਚਾਲ ਦੀ ਭਾਸ਼ਾ। ਮੌਖਿਕ ਭਾਸ਼ਾ ਕੀ ਹੁੰਦੀ ਹੈ ਬੇਟਾ? ਹੁਣ ਆਪਾਂ ਕੀ, ਜਦੋਂ ਆਪਾਂ ਗੱਲਬਾਤ ਨੂੰ, ਆਪਣੇ ਮਨ ਦੇ ਵਿਚਾਰਾਂ ਨੂੰ ਯਾਨੀ ਕਿ ਬੋਲ ਕੇ ਦੱਸਦੇ ਹਾਂ। ਠੀਕ ਹੈ, ਦੂਸਰਾ ਉਸ ਨੂੰ ਸੁਣ ਕੇ ਸਮਝਦਾ ਹੈ। ਆਪਾਂ ਕੋਈ ਵੀ ਗੱਲ, ਜਿਵੇਂ ਮੈਂ ਤੁਹਾਨੂੰ ਬੋਲ ਕੇ ਦੱਸ ਰਹੀ ਹਾਂ ਤੇ ਤੁਸੀਂ ਉਸ ਨੂੰ ਸਮਝ ਰਹੇ ਹੋ। ਠੀਕ ਹੈ, ਮੈਂ ਲੈਕਚਰ ਦੇ ਰਹੀ ਹਾਂ ਕਲਾਸ ਦੇ ਵਿੱਚ, ਤੁਸੀਂ ਉਸ ਨੂੰ ਸੁਣ ਰਹੇ ਹੋ, ਤਾਂ ਮੈਂ ਮੌਖਿਕ ਭਾਸ਼ਾ ਯੂਜ਼ ਕਰ ਰਹੀ ਹਾਂ। ਠੀਕ ਹੈ, ਜਿਵੇਂ ਕਿ ਕੋਈ ਆਪਸ ਵਿੱਚ ਗੱਲਬਾਤ ਕਰ ਰਿਹਾ ਹੁੰਦਾ। ਠੀਕ ਹੈ, ਫਿਰ ਕੀ ਆ ਜਾਂਦਾ? ਲਿਖਤੀ ਭਾਸ਼ਾ। ਅਸੀਂ ਆਪਣੇ ਵਿਚਾਰਾਂ ਨੂੰ ਲਿਖ ਕੇ, ਜਿਵੇਂ ਤੁਸੀਂ ਐਗਜ਼ਾਮ ਦਿੰਦੇ ਹੋ, ਤੁਹਾਡੇ ਮਨ ਦੇ ਵਿੱਚ ਕੁਐਸਚਨ ਦਾ ਜੋ ਵੀ ਆਨਸਰ ਆਉਂਦਾ ਹੈ, ਤੁਸੀਂ ਬੋਲ ਕੇ ਨਹੀਂ ਨਾ ਦੱਸਦੇ, ਤੁਸੀਂ ਆਨਸਰ ਲਿਖਦੇ ਹੋ, ਲਿਖ ਕੇ ਪ੍ਰਗਟ ਕਰਦੇ ਹੋ ਵੀ ਇਸ ਦਾ ਇਹ ਆਨਸਰ ਆ ਸਕਦਾ ਹੈ। ਠੀਕ ਹੈ, ਤਾਂ ਉਹ ਲਿਖਤੀ ਭਾਸ਼ਾ ਹੁੰਦੀ ਹੈ। ਤੇ ਟੀਚਰ ਕੀ ਹੈ? ਉਸ ਨੂੰ ਪੜ੍ਹ ਕੇ ਸਮਝਦਾ ਹੈ ਵੀ ਸਹੀ ਲਿਖਿਆ ਜਾਂ ਗਲਤ ਲਿਖਿਆ। ਇਸ ਕਰਕੇ ਉਸ ਨੂੰ ਆਪਾਂ ਲਿਖਤੀ ਭਾਸ਼ਾ ਕਹਿੰਦੇ ਹਾਂ। ਮੌਖਿਕ ਯਾਨੀ ਕਿ ਬੋਲਚਾਲ ਦੀ ਭਾਸ਼ਾ। ਠੀਕ ਹੈ, ਲਿਖਤੀ ਭਾਸ਼ਾ ਜਿਹੜੀ ਆਪਾਂ ਲਿਖ ਕੇ ਪ੍ਰਗਟ ਕਰਦੇ ਹਾਂ। ਠੀਕ ਹੈ, ਇਸ ਤਰ੍ਹਾਂ ਭਾਰਤ ਦੇ ਵਿੱਚ ਬੇਟਾ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਠੀਕ ਹੈ, ਭਾਰਤ ਜਿਹੜਾ ਹੈ ਬਹੁਤ ਵੱਡਾ ਦੇਸ਼ ਹੈ। ਇੱਥੇ ਅਲੱਗ-ਅਲੱਗ ਰਾਜ ਦੀ ਅਲੱਗ-ਅਲੱਗ ਭਾਸ਼ਾ ਹੁੰਦੀ ਹੈ। ਜਿਵੇਂ ਪੰਜਾਬ ਦੀ ਪੰਜਾਬੀ ਹੈ, ਰਾਜਸਥਾਨ ਦੀ ਰਾਜਸਥਾਨੀ ਹੈ। ਠੀਕ ਹੈ, ਇਸ ਤਰ੍ਹਾਂ ਕਾਫੀ ਜਿਹੜੇ ਆਪਣੇ ਰਾਜ ਨੇ, ਉਹਨਾਂ ਦੀ ਅਲੱਗ-ਅਲੱਗ ਭਾਸ਼ਾ ਹੁੰਦੀ ਹੈ। ਠੀਕ ਹੈ, ਭਾਸ਼ਾ ਦੇ ਰੂਪ ਕਿੰਨੇ ਨੇ? ਠੀਕ ਹੈ, ਸਭ ਤੋਂ ਪਹਿਲਾਂ ਕੀ ਆਉਂਦਾ ਹੈ? ਮਾਤ ਭਾਸ਼ਾ ਜਾਂ ਮਾਂ ਬੋਲੀ। ਬੇਟਾ ਸਭ ਤੋਂ ਪਹਿਲਾਂ ਆਪਾਂ ਮਾਂ ਬੋਲੀ ਸਿੱਖਦੇ ਹਾਂ। ਜਿਹੜਾ ਬੱਚਾ ਜਨਮ ਲੈਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੀ ਮਾਂ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਸਮਾਜ ਤੋਂ, ਆਪਣੇ ਘਰ ਤੋਂ ਸਿੱਖਦਾ ਹੈ। ਠੀਕ ਹੈ, ਜਿਸ ਵਿੱਚ ਉਹ ਬੋਲਣ ਲੱਗਦਾ, ਜਿਸ ਵਿੱਚ ਉਸਦੇ ਘਰ ਦੇ ਬੋਲਦੇ ਨੇ, ਉਸ ਨੂੰ ਸਮਝਾਉਂਦੇ ਨੇ, ਉਹ ਮਾਂ ਬੋਲੀ ਕਹਿੰਦੇ ਆਪਾਂ ਉਸ ਨੂੰ। ਜਿਵੇਂ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਪੰਜਾਬੀ ਦੇ ਵਿੱਚ ਗੱਲ ਕਰਦੇ ਹਾਂ। ਠੀਕ ਹੈ, ਉਹ ਕੀ ਹੋ ਗਈ? ਆਪਣੀ ਪੰਜਾਬੀ ਭਾਸ਼ਾ, ਆਪਣੀ ਮਾਂ ਬੋਲੀ ਹੋ ਗਈ। ਠੀਕ ਹੈ, ਉਸ ਤੋਂ ਬਾਅਦ ਆ ਜਾਂਦੀ ਹੈ ਰਾਜ ਭਾਸ਼ਾ। ਰਾਜ ਦੀ, ਕਿਸੇ ਵੀ ਰਾਜ ਦੀ ਭਾਸ਼ਾ, ਪਹਿਲਾਂ ਤਾਂ ਆਪਣੇ ਪਰਿਵਾਰ ਦੀ, ਘਰ ਦੀ ਭਾਸ਼ਾ ਆ ਗਈ। ਉਸ ਤੋਂ ਬਾਅਦ ਆਪਣਾ ਜਿਹੜਾ ਰਾਜ ਵਿੱਚ ਰਹਿੰਦੇ ਹਾਂ, ਜਿਵੇਂ ਆਪਾਂ ਪੰਜਾਬ ਵਿੱਚ ਰਹਿੰਦੇ ਹਾਂ, ਤਾਂ ਪੰਜਾਬ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਮੋਸਟਲੀ ਪੰਜਾਬੀ। ਤਾਂ ਉਹ ਪੰਜਾਬੀ ਆਪਣੀ ਕੀ ਹੋ ਗਈ? ਰਾਜ ਭਾਸ਼ਾ ਹੋ ਗਈ। ਠੀਕ ਹੈ, ਉਸ ਤੋਂ ਬਾਅਦ ਕੀ ਆ ਜਾਂਦਾ ਬੇਟਾ? ਰਾਜ ਭਾਸ਼ਾ ਤੋਂ ਬਾਅਦ ਇੱਕ ਆਪਣੀ ਭਾਸ਼ਾ ਆ ਜਾਂਦੀ ਹੈ ਰਾਸ਼ਟਰੀ ਭਾਸ਼ਾ। ਠੀਕ ਹੈ, ਇੱਥੇ ਤਾਂ ਭਾਸ਼ਾਵਾਂ ਦਿੱਤੀਆਂ ਹੋਈਆਂ ਨੇ ਵੀ, ਸਾਡੀਆਂ ਇੰਨੀਆਂ ਭਾਸ਼ਾਵਾਂ ਨੇ ਵੀ, ਪੰਜਾਬੀ ਹੈ, ਹਿੰਦੀ ਹੈ, ਸੰਸਕ੍ਰਿਤ ਹੈ, ਉਰਦੂ ਹੈ, ਇਹ ਸਾਰੀਆਂ ਆਪਣੇ ਅਲੱਗ-ਅਲੱਗ ਰਾਜਾਂ ਦੀਆਂ ਭਾਰਤ ਦੇ ਵਿੱਚ ਭਾਸ਼ਾਵਾਂ ਨੇ। ਪਰ ਇੱਕ ਰਾਸ਼ਟਰੀ ਭਾਸ਼ਾ ਹੁੰਦੀ ਹੈ। ਰਾਸ਼ਟਰੀ ਭਾਸ਼ਾ ਕਿਹੜੀ ਹੁੰਦੀ ਹੈ? ਜਿਹੜੀ ਆਪਣੇ ਪੂਰੇ ਰਾਸ਼ਟਰ ਦੇ ਵਿੱਚ ਸਮਝੀ ਜਾਂਦੀ ਹੈ। ਜਿਵੇਂ ਹਿੰਦੀ ਹੈ, ਹਿੰਦੀ ਨੂੰ ਕਿਸੇ ਵੀ ਤੁਸੀਂ ਰਾਜ ਦੇ ਵਿੱਚ ਚਲੇ ਜਾਓ ਭਾਰਤ ਦੇ ਵਿੱਚ, ਤਾਂ ਉੱਥੇ ਹਿੰਦੀ ਬੋਲੀ ਜਾਂਦੀ ਹੈ, ਹਿੰਦੀ ਸਮਝੀ ਜਾਂਦੀ ਹੈ। ਠੀਕ ਹੈ, ਕਿਸੇ ਵੀ ਦੇਸ਼ ਦੀ ਭਾਸ਼ਾ ਜਿਹੜੀ ਹੁੰਦੀ ਹੈ ਉਹ ਰਾਸ਼ਟਰੀ ਭਾਸ਼ਾ ਹੁੰਦੀ ਹੈ, ਜਿਹੜੀ ਸਾਰੇ ਦੇਸ਼ ਦੇ ਵਿੱਚ ਬੋਲੀ ਜਾਂਦੀ ਹੈ। ਅੱਗੇ ਆ ਗਿਆ ਅੰਤਰਰਾਸ਼ਟਰੀ ਭਾਸ਼ਾ।
ਪਹਿਲਾਂ ਆਪਾਂ ਘਰ ਤੋਂ ਸ਼ੁਰੂ ਹੋਈ ਮਾਂ ਬੋਲੀ, ਫਿਰ ਆਪਾਂ ਰਾਜ 'ਤੇ ਚਲੇ ਗਏ ਰਾਜ ਭਾਸ਼ਾ, ਫਿਰ ਆਪਾਂ ਆਪਣੇ ਦੇਸ਼ 'ਤੇ ਚਲੇ ਗਏ ਰਾਸ਼ਟਰੀ ਭਾਸ਼ਾ ਹੋ ਗਈ, ਫਿਰ ਦੇਸ਼ ਤੋਂ ਬਾਹਰ ਚਲੇ ਗਏ ਤਾਂ ਅੰਤਰਰਾਸ਼ਟਰੀ ਭਾਸ਼ਾ ਜਿਹੜੀ ਸਾਰੇ ਰਾਜਾਂ ਨੂੰ ਸਮਝ ਆਉਂਦੀ ਹੈ, ਸਾਰੇ ਦੇਸ਼ਾਂ ਨੂੰ ਸਮਝ ਆਉਂਦੀ ਹੈ। ਠੀਕ ਹੈ, ਉਹ ਭਾਸ਼ਾ ਕਿਹੜੀ ਹੁੰਦੀ ਹੈ? ਉਹ ਅੰਤਰਰਾਸ਼ਟਰੀ, ਜਾਣੀ ਕਿ ਜਿਹਨੂੰ ਵੱਖ-ਵੱਖ ਦੇਸ਼ਾਂ ਦੇ ਲੋਕ ਸਮਝ ਸਕਦੇ ਨੇ, ਉਹ ਹੁੰਦੀ ਹੈ ਇੰਗਲਿਸ਼ ਆਪਣੀ ਅੰਤਰਰਾਸ਼ਟਰੀ, ਅੰਗਰੇਜ਼ੀ ਆਪਣੀ ਅੰਤਰਰਾਸ਼ਟਰੀ ਭਾਸ਼ਾ। ਅਤੇ ਇਹ ਅੰਗਰੇਜ਼ੀ ਆਪਾਂ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਬੋਲਦੇ ਹਾਂ ਤਾਂ ਦੂਸਰਾ ਇਸ ਨੂੰ ਸਮਝ ਸਕਦਾ ਹੈ। ਠੀਕ ਹੈ, ਪੰਜਾਬੀ ਭਾਸ਼ਾ ਅਤੇ ਇਸ ਦੀਆਂ ਉਪਭਾਸ਼ਾਵਾਂ। ਪੰਜਾਬੀ ਭਾਸ਼ਾ ਅਤੇ ਇਸ ਦੀਆਂ ਉਪਭਾਸ਼ਾਵਾਂ, ਇਹਦੇ ਵਿੱਚ ਕੀ ਹੁੰਦਾ ਬੇਟਾ? ਪੰਜਾਬੀ ਭਾਸ਼ਾ ਜਿਹੜੀ ਹੁੰਦੀ ਹੈ ਉਹ ਆਪਣੇ ਜਿਵੇਂ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ, ਪਰ ਇਸ ਦੇ ਵਿੱਚ ਵੀ ਅਲੱਗ-ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ। ਪੰਜਾਬ ਦੇ ਜਿਹੜੇ ਵੱਖ-ਵੱਖ ਜ਼ਿਲ੍ਹੇ ਨੇ ਉੱਥੇ ਵੀ ਕੁਛ ਨਾ ਕੁਛ ਭਾਸ਼ਾ ਦਾ ਫਰਕ ਹੁੰਦਾ, ਕੁਛ ਨਾ ਕੁਛ ਸ਼ਬਦਾਂ ਦਾ ਫਰਕ ਹੁੰਦਾ, ਅੱਖਰਾਂ ਦਾ ਫਰਕ ਹੁੰਦਾ। ਠੀਕ ਹੈ, ਤਾਂ ਪੰਜਾਬੀ ਹੈ ਜਿਹੜੀ, ਵੈਸੇ ਤਾਂ ਜਿਹੜੇ ਪੰਜਾਬੀ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾ ਕੇ ਵੱਸ ਚੁੱਕੇ ਨੇ ਅਤੇ ਪੰਜਾਬੀ ਨੂੰ ਹਰ ਕੋਈ ਸਮਝ ਲੈਂਦਾ। ਠੀਕ ਹੈ, ਪਰ ਇਹਦੇ ਵਿੱਚ ਪੰਜਾਬੀ ਦੀਆਂ ਵੀ ਅੱਗੇ ਉਪਭਾਸ਼ਾਵਾਂ ਹੁੰਦੀਆਂ ਹਨ। ਭਾਸ਼ਾ ਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ? ਕਿਸੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਭਾਸ਼ਾ ਦੇ ਉਸ ਇਲਾਕੇ ਵਿੱਚ ਵੱਖ-ਵੱਖ ਰੂਪ ਮਿਲਦੇ ਨੇ। ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਪਰ ਸੰਗਰੂਰ ਦੇ ਵਿੱਚ ਪੰਜਾਬੀ ਥੋੜ੍ਹੀ ਅਲੱਗ ਤਰੀਕੇ ਨਾਲ ਬੋਲੀ ਜਾਂਦੀ ਹੈ। ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਬੋਲੀ ਦਾ ਥੋੜ੍ਹਾ ਫਰਕ ਹੈ ਪੰਜਾਬੀ, ਪਰ ਥੋੜ੍ਹਾ ਫਰਕ ਹੁੰਦਾ ਸ਼ਬਦਾਂ ਦੇ ਵਿੱਚ। ਬਠਿੰਡੇ ਦੇ ਵਿੱਚ ਅਲੱਗ ਤਰ੍ਹਾਂ ਦੀ ਬੋਲੀ ਜਾਂਦੀ ਹੈ। ਠੀਕ ਹੈ, ਗੁਰਦਾਸਪੁਰ ਦੇ ਵਿੱਚ ਅਲੱਗ ਤਰ੍ਹਾਂ ਦੀ ਬੋਲੀ ਜਾਂਦੀ ਹੈ। ਕੁਛ ਸ਼ਬਦਾਂ ਦਾ ਫਰਕ ਆ ਜਾਂਦਾ ਹੈ, ਜਾਣੀ ਕਿ ਕਿਸੇ ਪ੍ਰਾਂਤ ਦੇ ਵਿੱਚ ਬੋਲੀ ਜਾਂਦੀ ਭਾਸ਼ਾ ਦੇ ਇਲਾਕੇ ਦੇ ਅਧੀਨ ਜਿਹੜੇ ਵੱਖ-ਵੱਖ ਬੋਲੀ ਦੇ ਰੂਪ ਮਿਲਦੇ ਨੇ ਉਹਨੂੰ ਆਪਾਂ ਉਪਭਾਸ਼ਾ ਕਹਿੰਦੇ ਹਾਂ। ਪਹਿਲਾਂ ਤਾਂ ਪੰਜਾਬੀ ਹੋ ਗਈ, ਪੰਜਾਬੀ ਦੇ ਵੀ ਅੱਗੇ ਰੂਪ ਹੋ ਗਏ, ਉਹ ਉਪਭਾਸ਼ਾ ਹੋ ਗਈ। ਠੀਕ ਹੈ, ਪੰਜਾਬ ਵਿੱਚ ਜਿਹੜੀ ਪੰਜਾਬੀ ਹੈ ਉਹਦੀਆਂ ਉਪਭਾਸ਼ਾਵਾਂ ਕਿਹੜੀਆਂ-ਕਿਹੜੀਆਂ ਨੇ? ਸਭ ਤੋਂ ਪਹਿਲਾਂ ਹੈਗੀ ਹੈ ਬੇਟਾ ਮਾਝੀ। ਠੀਕ ਹੈ, ਇਸ ਨੂੰ ਪੰਜਾਬ ਦੀ ਟਕਸਾਲੀ ਭਾਸ਼ਾ ਵੀ ਕਹਿੰਦੇ ਆ। ਟਕਸਾਲੀ ਭਾਸ਼ਾ ਜਾਣੀ ਕਿ ਜਿਸ ਦੇ ਵਿੱਚ ਆਪਣੀਆਂ ਕਿਤਾਬਾਂ ਛਪਦੀਆਂ ਨੇ, ਅਖਬਾਰ ਛਪਦੇ ਨੇ, ਉਹਨੂੰ ਟਕਸਾਲੀ ਭਾਸ਼ਾ ਕਹਿੰਦੇ ਆ। ਠੀਕ ਹੈ, ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਬੋਲੀ ਜਾਂਦੀ ਹੈ, ਗੁਰਦਾਸਪੁਰ ਆ ਗਿਆ, ਤਰਨਤਾਰਨ ਆ ਗਿਆ ਇਹਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਦੁਆਬੇ ਦਾ ਇਲਾਕਾ ਜਿਹੜਾ ਬਿਆਸ ਅਤੇ ਸਤਲੁਜ ਦਰਿਆ ਦੇ ਵਿਚਾਲੇ ਵਾਲਾ ਇਲਾਕਾ ਹੁੰਦਾ ਉਸ ਨੂੰ ਆਪਾਂ ਦੁਆਬਾ ਕਹਿੰਦੇ ਹਾਂ। ਠੀਕ ਹੈ, ਇੱਥੇ ਜਿਵੇਂ ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਹੈ ਜਿਹੜਾ ਕਪੂਰਥਲਾ, ਇਹਦੇ ਵਿੱਚ ਆਪਾਂ ਦੁਆਬੀ ਬੋਲਦੇ ਹਾਂ। ਮਲਵਈ ਕਿਹੜੀ ਹੋ ਗਈ? ਦਰਿਆ ਸਤਲੁਜ, ਇਹ ਸਤਲੁਜ ਤੇ ਬਿਆਸ, ਇਹ ਮਲਵਈ ਹੋ ਗਈ ਸਤਲੁਜ ਅਤੇ ਦੇ ਦੱਖਣ ਵਿੱਚ ਬੋਲੀ ਜਾਂਦੀ ਹੈ। ਇਸ ਨੂੰ ਮਲਵਈ ਵਾਲਾ ਇਲਾਕਾ ਕਹਿੰਦੇ ਆ। ਠੀਕ ਹੈ, ਮਾਲਵਾ ਜਾਣੀ ਕਿ ਮਲਵਈ ਵਾਲਾ। ਬਠਿੰਡਾ, ਲੁਧਿਆਣਾ, ਫਰੀਦਕੋਟ, ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਸੰਗਰੂਰ, ਬਰਨਾਲਾ, ਠੀਕ ਹੈ, ਮਾਨਸਾ ਅਤੇ ਮੋਗਾ, ਇਹ ਜਿਹੜੇ ਜ਼ਿਲ੍ਹੇ ਨੇ ਇਹ ਮਾਲਵੇ ਦੇ ਵਿੱਚ ਆਉਂਦੇ ਨੇ। ਠੀਕ ਹੈ, ਉਸ ਤੋਂ ਬਾਅਦ ਹੈਗੀ ਹੈ ਪੁਆਧੀ। ਠੀਕ ਹੈ, ਇਹ ਕਿੱਥੇ ਬੋਲੀ ਜਾਂਦੀ? ਜਿਵੇਂ ਪਟਿਆਲਾ, ਰੋਪੜ, ਲੁਧਿਆਣਾ, ਸਤਲੁਜ ਜਿਹੜਾ ਸਤਲੁਜ ਦਰਿਆ ਦੇ ਨਾਲ ਲੱਗਦੇ ਹਿੱਸਾ ਹੈ ਉੱਥੇ ਬੋਲੀ ਜਾਂਦੀ ਹੈ। ਠੀਕ ਹੈ, ਅਤੇ ਪਟਿਆਲੇ ਦਾ ਜਿਹੜਾ ਪੂਰਬੀ ਭਾਗ ਹੈ ਉੱਥੇ ਬੋਲੀ ਜਾਂਦੀ ਹੈ। ਇਸ ਤਰ੍ਹਾਂ ਜਿਹੜੀ ਪੰਜਾਬੀ ਭਾਸ਼ਾ ਹੈ ਬੇਟਾ ਉਸ ਦੀਆਂ ਕਈ ਉਪਭਾਸ਼ਾਵਾਂ ਹੁੰਦੀਆਂ ਹਨ। ਨੈਕਸਟ ਹੈ ਬੇਟਾ ਵਿਆਕਰਨ। ਵਿਆਕਰਨ ਕਿਸ ਨੂੰ ਕਹਿੰਦੇ ਨੇ? ਠੀਕ ਹੈ, ਹੁਣ ਆਪਾਂ ਭਾਸ਼ਾ ਸਮਝ ਲਈ, ਭਾਸ਼ਾ ਕੀ ਹੁੰਦੀ ਹੈ, ਕਿੰਨੇ ਉਹਦੇ ਰੂਪ ਨੇ। ਠੀਕ ਹੈ, ਅਤੇ ਪੰਜਾਬੀ ਭਾਸ਼ਾ ਦੇ ਅੱਗੇ ਕਿਹੜੀਆਂ ਉਪਭਾਸ਼ਾਵਾਂ ਨੇ। ਠੀਕ ਹੈ, ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ ਅਤੇ ਪੜ੍ਹਨ, ਠੀਕ ਹੈ, ਪੜ੍ਹਨ ਲਈ ਵਿਆਕਰਨ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ, ਜਾਣੀ ਕਿ ਕਿਸੇ ਵੀ ਭਾਸ਼ਾ ਨੂੰ ਆਪਾਂ ਜਦੋਂ ਸ਼ੁੱਧ ਰੂਪ ਵਿੱਚ ਲਿਖਣਾ ਹੈ, ਪੜ੍ਹਨਾ ਹੈ, ਠੀਕ ਹੈ, ਉਹਨਾਂ ਲਈ ਕੁਝ ਰੂਲਸ ਹੁੰਦੇ ਨੇ, ਤਾਂ ਉਸ ਨੂੰ ਆਪਾਂ ਨਿਯਮ ਹੁੰਦੇ ਨੇ, ਉਹਨਾਂ ਨੂੰ ਆਪਾਂ ਪੰਜਾਬੀ ਭਾਸ਼ਾ ਦਾ ਵਿਆਕਰਨ ਆਖਦੇ ਹਾਂ। ਠੀਕ ਹੈ, ਵਿਆਕਰਨ ਦੇ ਭਾਗ ਕਿੰਨੇ ਨੇ? ਵਿਆਕਰਨ ਦੇ ਕਿੰਨੇ ਭਾਗ ਨੇ ਬੇਟਾ? ਅੱਖਰਬੋਧ। ਠੀਕ ਹੈ, ਅੱਖਰਬੋਧ ਜਾਣੀ ਕਿ ਜਿਸ ਵਿੱਚ ਅੱਖਰਾਂ ਦੇ, ਲਗਾ ਮਾਤਰਾਂ ਦੇ ਬਾਰੇ ਦੱਸਿਆ ਜਾਂਦਾ ਹੈ। ਠੀਕ ਹੈ, ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਹਨ? 41, ਜੋ ਤੁਹਾਨੂੰ ਪਹਿਲਾਂ ਵੀ ਇੱਕ ਚੈਪਟਰ ਦੇ ਵਿੱਚ ਹੈਗਾ ਸੀ। ਇਹ 41 ਅੱਖਰ ਨੇ, ਇਹਦੇ ਵਿੱਚ 10 ਲਗਾ ਮਾਤਰਾ ਨੇ ਅਤੇ 3 ਕੀ ਨੇ? ਲਗਾ ਅੱਖਰ। ਠੀਕ ਹੈ, ਫਿਰ ਕੀ ਆ ਜਾਂਦਾ ਹੈ? ਸ਼ਬਦ ਬੋਧ। ਵਿਆਕਰਨ ਦੇ ਜਿਸ ਭਾਗ ਵਿੱਚ ਸ਼ਬਦਾਂ ਦੀ ਬਣਤਰ, ਵੀ ਸ਼ਬਦ ਕਿਵੇਂ ਬਣਦੇ ਨੇ, ਉਹਨਾਂ ਦੀ ਵੰਡ ਕੀ ਹੁੰਦੀ ਹੈ, ਰੂਪ ਕਿਵੇਂ ਦਿੱਤਾ ਜਾਂਦਾ ਹੈ, ਕਿਵੇਂ ਸ਼ਬਦ ਵੰਡ ਹੁੰਦੀ ਹੈ, ਇਹ ਸਾਰਾ ਕੁਛ ਜਿਵੇਂ ਅੱਖਰ ਜੋੜ ਕੇ ਸ਼ਬਦ ਬਣਦਾ ਹੈ ਤਾਂ ਉਸ ਨੂੰ ਆਪਾਂ ਸ਼ਬਦ ਬੋਧ ਕਹਿ ਦਿੰਦੇ ਹਾਂ। ਫਿਰ ਕੀ ਆ ਜਾਂਦਾ? ਵਾਕ ਬੋਧ। ਵਰਨ ਤੋਂ ਸ਼ਬਦ ਬੋਧ ਆ ਗਿਆ, ਅੱਖਰ ਤੋਂ ਸ਼ਬਦ ਬਣ ਗਏ, ਸ਼ਬਦ ਤੋਂ ਕੀ ਬਣ ਗਿਆ? ਵਾਕ ਬਣ ਗਈ। ਠੀਕ ਹੈ, ਜਾਣੀ ਕਿ ਵਿਆਕਰਨ ਦੇ ਜਿਸ ਭਾਗ ਵਿੱਚ ਵਾਕ ਦੀ ਬਣਤਰ, ਕਿਸਮਾਂ ਆਦਿ, ਕਿੱਥੇ ਵਿਸ਼ਰਾਮ ਚਿੰਨ੍ਹ ਲਗਾਉਣਾ ਹੈ, ਕਿੱਥੇ ਡੰਡੀ ਲਗਾਉਣੀ ਹੈ, ਇਹ ਸਾਰੇ ਨਿਯਮਾਂ ਬਾਰੇ ਜਾਣਕਾਰੀ ਦਿੰਦੀ ਹੈ, ਤਾਂ ਉੱਥੇ ਆਪਾਂ ਉਸ ਨੂੰ ਵਾਕ ਬੋਧ ਕਹਿੰਦੇ ਹਾਂ। ਠੀਕ ਹੈ, ਇਸ ਕਰਕੇ ਬੇਟਾ ਇਹ ਜਿਹੜਾ ਵਿਆਕਰਨ ਹੈ,
ਵਿਆਕਰਨ ਦਾ ਮਹੱਤਵ ਕੀ ਹੈ। ਠੀਕ ਹੈ, ਇਸ ਦੇ ਵਿੱਚ ਆਪਾਂ ਸਿਰਫ ਇੰਨਾ ਹੀ ਲਿਖਾਂਗੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਅਤੇ ਪੜ੍ਹਨ ਲਈ ਵਿਆਕਰਨ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ। ਠੀਕ ਹੈ, ਹੁਣ ਇਸ ਚੈਪਟਰ ਦੇ ਵਿੱਚ ਆਪਾਂ ਪਹਿਲਾਂ ਤਾਂ ਭਾਸ਼ਾ ਕੀ ਹੁੰਦੀ ਹੈ, ਉਹਦੇ ਕਿੰਨੇ ਰੂਪ ਹੁੰਦੇ ਹਨ, ਠੀਕ ਹੈ, ਪੰਜਾਬੀ ਭਾਸ਼ਾ ਅਤੇ ਉਸ ਦੀਆਂ ਉਪਭਾਸ਼ਾਵਾਂ ਕਿਹੜੀਆਂ ਹਨ, ਵਿਆਕਰਨ ਕੀ ਹੁੰਦਾ ਹੈ, ਉਸ ਦੇ ਕਿੰਨੇ ਭਾਗ ਹਨ, ਠੀਕ ਹੈ, ਇਹ ਸਾਰਾ ਕੀਤਾ ਹੈ।